ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ। ਲਓ ਦੋਸਤੋ, ਖਬਰਾਂ ਤੇ ਕੁਝ ਗਰਮ ਗਰਮ ਨਹੀਂ, ਔਰ ਉਹਨਾਂ ਖਬਰਾਂ ਦਾ ਤਾਲੁਕ ਗੰਦਮ ਨਾਲ ਵੀ ਹੈਗਾ ਵੇ। ਤੇ ਪਾਰਲੀਮੈਂਟ ਦੇ ਵਿੱਚ ਜੋ ਕੁਝ ਹੋਇਆ ਵੇ, ਪਾਰਲੀਮੈਂਟ ਕਿਸ ਤਰ੍ਹਾਂ ਮੁੰਤਖਬ ਹੋਈ, ਇਹਦੇ ਨਾਲ ਵੀ ਗਵਾਹੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਤੇ ਫਿਰ ਇੱਕ ਤਾਲੁਕ ਇਹ ਵੀ ਹੈ ਕਿ ਆਪਸ ਦੇ ਵਿੱਚ ਜਿਹੜੇ ਨੇ ਉਹ ਸਿਰ ਫਟੋਲ ਜਿਹੜੀ ਹੈ ਉਹ ਵੱਧ ਗਈ। ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਇਹ ਪੂਰੀ ਕਹਾਣੀ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਸਾਹਮਣੇ ਰੱਖਣ ਦੀ। ਤੇ ਗੱਲ ਇੱਥੋਂ ਸ਼ੁਰੂ ਕਰਨੇ ਆ ਕਿ ਚੰਦ ਦਿਨ ਪਹਿਲੇ ਮੌਲਾਨਾ ਫਜ਼ਲ ਰਹਿਮਾਨ ਨੇ ਕਿਹਾ, ਉਹਨਾਂ ਕਿਹਾ ਇਹ ਪਾਰਲੀਮੈਂਟ ਜਿਹੜੀ ਹੈ ਇਹ ਪੈਸੇ ਦੇ ਕੇ ਲੋਕ ਇਹਦੇ ਵਿੱਚ ਆਏ ਨੇ। ਉਸ ਤੋਂ ਪਹਿਲੇ ਮਹਿਮੂਦ ਅਚਕਜ਼ਈ ਜਿਹੜੇ ਨੇ ਉਹ ਤੁਹਾਨੂੰ ਪਤਾ ਹੈ ਪਾਰਲੀਮੈਂਟ ਦੇ ਵਿੱਚ ਵੀ ਕਹਿ ਚੁੱਕੇ ਨੇ, ਜਿਹੜੇ ਬਾਹਰ ਜਲਸੇ ਇhtਜਾਜੀ ਹੋ ਰਹੇ ਨੇ ਉਹਨਾਂ ਦੇ ਇਜਲਾਸ, ਉਹਦੇ ਵਿੱਚ ਵੀ ਉਹ ਇਹ ਕੁਝ ਕਹਿ ਰਹੇ ਨੇ ਕਿ ਇਹਦੇ ਵਿੱਚ ਸਮਗਲਰ, ਕਾਨੂੰਨ ਸ਼ਿਕਨ ਤੇ ਜਿਹੜੇ ਜ਼ਾਲਮ ਲੋਕ ਨੇ, ਜਿਹੜੇ ਆਵਾਮ ਦੇ ਮੁਸਤਰਦ ਲੋਕ ਨੇ, ਉਹ ਪੈਸੇ ਦੇ ਕੇ ਤੇ ਪਾਰਲੀਮੈਂਟ ਦੇ ਮੈਂਬਰ ਬਣ ਗਏ। ਉਹ ਮੈਂ ਵੇਖਣਾ ਵਾ ਬੜੇ ਬੜੇ ਲੋਕ ਬੈਠੇ ਨੇ ਇਸ ਪਾਰਲੀਮੈਂਟ ਦੇ ਵਿੱਚ, ਉਹਨਾਂ ਦੇ ਉੱਤੇ ਵੀ ਇਹੋ ਕੁਝ ਕਿਹਾ ਜਾ ਰਿਹਾ। ਚਿੱਟੇ ਧੌਲੇ ਨੇ ਜਿਨ੍ਹਾਂ ਦੇ, ਜਿਹੜੇ ਬੜੇ ਮੁਅੱਜ਼ਜ਼ ਨੇ, ਜਿਹੜੇ ਬੜੀ ਸਾਖ ਹੈ ਜਿਨ੍ਹਾਂ ਦੀ, ਤੇ ਉਹ ਵੀ ਚੁੱਪ ਕਰਕੇ ਦਮ ਸੱਦ ਕੇ ਉਹ ਬੈਠੇ ਹੋਏ ਨੇ ਪਾਰਲੀਮੈਂਟ ਦੇ ਵਿੱਚ। ਤੇ ਹੈਰਤ ਇਹ ਵੀ ਹੈ ਕਿ ਉਹ ਗੱਲਾਂ ਵੀ ਅੱਗੇ ਵੱਧ ਵੱਧ ਕੇ ਕਰਦੇ ਨੇ, ਬੜੀਆਂ ਉਸੂਲੀ ਗੱਲਾਂ, ਆਇਨ ਦੀਆਂ, ਕਾਨੂੰਨ ਦੀਆਂ। ਇਹ ਸਾਰੀ ਗੱਲ ਜਿਹੜੀ ਹੈਗੀ ਇਹਨੂੰ ਇੱਕ ਪਾਸੇ ਰੱਖੋ ਤੇ ਮੈਂ ਤੁਹਾਨੂੰ ਵਾਕਿਆ ਦੱਸਣਾ ਵਾ ਕਿ ਹੋਇਆ ਕਿ ਇਹ ਗੱਲ ਕਿਵੇਂ ਨਿਕਲਦੀ ਪਈ ਹੈ ਬਾਹਰ। ਇੱਕ ਵਾਕਿਆ ਇਹ ਵੇ ਕਿ ਸਾਬਕ ਨਿਗਰਾਨ ਵਜ਼ੀਰ ਆਜ਼ਮ ਜਿਹੜੇ ਨੇ ਅਨਵਰੁੱਲਾ ਕਾਕੜ, ਉਹਨਾਂ ਦਾ ਟਾਕਰਾ ਹੋ ਗਿਆ ਕਿਤੇ ਮੁਸਲਿਮ ਲੀਗ ਨੂਨ ਦੇ ਜਿਹੜੇ ਸੀਨੀਅਰ ਰਹਿਨੁਮਾ ਨੇ ਪਿੰਡੀ ਵਾਲੇ ਆਪਣੇ, ਤੇ ਹਨੀਫ ਅਬਾਸੀ ਸਾਹਿਬ। ਤੇ ਹਨੀਫ ਅਬਾਸੀ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਮੈਂ ਕਸਮ ਖਾ ਕੇ ਕਹਿ ਸਕਣਾ ਵਾਂ ਕਿ ਤੁਸੀਂ ਗੰਦਮ ਸਕੈਂਡਲ ਦੇ ਵਿੱਚ ਪੈਸੇ ਖਾਦੇ ਨੇ। ਇਹ ਹਨੀਫ ਅਬਾਸੀ ਨੇ ਕਿਹਾ ਕਸਮ ਖਾ ਕੇ। ਤੇ ਜਵਾਬ ਦੇ ਵਿੱਚ ਉਹ ਕਾਕੜ ਸਾਹਿਬ ਨੇ ਕੀ ਕਿਹਾ, ਉਹਨਾਂ ਨੇ ਕਿਹਾ ਕਿ ਜੇ ਮੈਂ ਆਪਣਾ ਮੂੰਹ ਖੋਲ ਦਿੱਤਾ ਨਾ ਤੇ ਫਾਰਮ 47 ਤੇ ਮੁਸਲਿਮ ਲੀਗ ਨੂਨ ਦਾ ਜਿਹੜਾ ਤਲਕ ਹੈ ਤੇ ਤੁਹਾਨੂੰ ਮੂੰਹ ਲਗਾਉਣ ਦੀ ਜਗ੍ਹਾ ਨਹੀਂ ਲੱਭਣੀ। ਇਹ ਗੱਲ ਇੰਝ ਹੀ ਹੋਈ, ਇੰਝ ਹੀ ਰਿਪੋਰਟ ਹੋਈ ਹੈ। ਤੇ ਸਾਰੀ ਦੁਨੀਆ ਵੇਖਣ ਡਈ ਹੈ ਕਿ ਯਾਰ ਇਹ ਬਣਨ ਕੀ ਡਿਆ। ਅੱਛਾ, ਇਹਦੇ ਪਿੱਛੇ ਵੀ ਇੱਕ ਕਹਾਣੀ ਬੜੀ ਵੱਡੀ। ਇਹ ਕਹਾਣੀ ਅਸੀਂ ਮਸੇ ਇੱਕ ਵੀਲਾਗ ਵੀ ਕੀਤਾ ਸੀ ਗੰਦਮ ਸਕੈਂਡਲ ਦੇ ਹਵਾਲੇ ਨਾਲ, ਔਰ ਅਨਵਰੁੱਲਾ ਕਾਕੜ, ਮੁਹਸਿਨ ਨਕਵੀ, ਇਹਨਾਂ ਸਾਰੇ ਲੋਕਾਂ ਦੀ ਥੋੜੀ ਜਿਹੀ ਗੱਲ ਵੀ ਕੀਤੀ ਸੀ। ਲੇਕਿਨ ਇਹ ਜ਼ਿੰਮੇਦਾਰ ਜ਼ਰੂਰ ਹੋਣਗੇ ਇਹਦੇ ਵਿੱਚ। ਪਰ ਇਹ ਕਹਾਣੀ ਕੌਣ ਕੱਢ ਕੇ ਲਿਆਇਆ ਤੇ ਮੀਡੀਆ ਨੂੰ ਕੌਣ ਫੀਡ ਕਰ ਰਿਹਾ ਹੈ? ਛਾਪਣ ਡਏ ਨੇ ਅਖਬਾਰ, ਜਿਹੜੇ ਮੇਨ ਸਟ੍ਰੀਮ ਮੀਡੀਆ ਦੇ ਟੀਵੀ ਦੇ ਹੈਗੇ ਨੇ, ਉੱਥੇ ਲੋਕ ਗੱਲਾਂ ਕਰਨ ਡਏ ਨੇ ਇਹਦੇ ਉੱਤੇ। ਔਰ ਮੈਂ ਕੋਸ਼ਿਸ਼ ਕੀਤੀ ਵੇਖਣ ਦੀ ਕਿ ਇਹਦੇ ਉੱਤੇ ਟੀਵੀ ਦੇ ਉੱਤੇ ਜਿਹੜੇ ਉਹ ਐਂਕਰਸ ਜਿਨ੍ਹਾਂ ਦੇ ਉੱਤੇ ਸਿਆਸੀ ਕਿਸੇ ਖਾਸ ਜਮਾਤ ਦੇ ਨਾਲ ਤਲਕ ਦਾ ਹੈਗਾ ਵੇ ਇਲਜ਼ਾਮ, ਉਹ ਇਸ ਇਸ਼ੂ ਨੂੰ ਕਿਵੇਂ ਚੁੱਕਣ ਡਏ ਨੇ। ਤੇ ਇਹਦੇ ਤੋਂ ਸਾਰੇ ਇੱਕ ਲੱਗਣ ਡਿਆ ਪਿੱਛੇ ਕਿ ਕੋਈ ਚੀਜ਼ ਹੈਗੀ, ਇਹ ਕੋਈ ਤਾਕਤ, ਕੋਈ ਕੂਵਤ ਐਸੀ ਐਕਟਿਵ ਹੋਈ ਹੈ ਜਿਹੜੀ ਚਾਹੁੰਦੀ ਹੈ ਕਿ ਐਸਟੈਬਲਿਸ਼ਮੈਂਟ ਦੇ ਕਹਿਲਾਏ ਜਾਣ ਵਾਲੇ ਬੰਦੇ ਜਿਹੜੇ ਨੇ ਉਹਨਾਂ ਦੀ ਸਾਖ ਖਰਾਬ ਕੀਤੀ ਜਾਵੇ ਤੇ ਉਹਨਾਂ ਨੂੰ ਕਿਸੇ ਮਜ਼ੀਦ ਕਿਸੇ ਅੱਛੀ ਪੋਜੀਸ਼ਨ ਜੋਗਾ ਨਾ ਰੱਖਿਆ ਜਾਵੇ। ਤੇ ਕਹਾਣੀ ਇਹ ਵੇਦ ਦੇ ਪਿੱਛੇ ਵੱਡੀ ਇੱਕ ਕਹਾਣੀ ਕਿ ਜਦੋਂ ਵਜ਼ੀਰ ਖਾਰਜਾ ਮੁਲਕ ਦਾ ਬਣਾਉਣ ਦੀ ਵਾਰੀ ਆਈ ਨਾ, ਤੇ ਉਦੋਂ ਕਿਸੇ ਨੇ ਕਿਹਾ ਇਸ ਹਕੂਮਤ ਨੂੰ ਜਿਹਨੇ ਬਣਾਇਆ ਉਹਨੇ ਕਿਹਾ ਕਿ ਵਜ਼ੀਰ ਖਾਰਜਾ ਜਿਹੜਾ ਹੈ ਨਾ, ਉਹ ਤੁਸੀਂ ਇੰਜ ਕਰੋ ਕਿ ਅਨਵਰੁੱਲਾ ਕਾਕੜ ਨੂੰ ਬਣਾ ਦਿਓ। ਅੱਛਾ, ਉਹਨਾਂ ਕਿਹਾ ਨਹੀਂ ਜੀ, ਉਹ ਅਸੀਂ ਸਾਖਦਾਰ ਸਾਹਿਬ ਨੂੰ ਬਣਾਉਣਾ ਵੇ, ਉਹ ਸੀਨੀਅਰ ਲੀਡਰ ਨੇ ਸਾਡੇ ਤੇ ਬੜੀ ਅਹਿਮ ਪੋਜੀਸ਼ਨ ਹੈ, ਮੀਆਂ ਸਾਹਿਬ ਨੂੰ ਵੀ ਰਾਜ਼ੀ ਰੱਖਣਾ ਹੈ ਤੇ ਇੰਜ ਦੇ ਇੰਜ ਗੱਲਾਂ ਕਰਕੇ। ਤੇ ਉਹਨਾਂ ਕਿਹਾ ਅੱਛਾ ਚਲੋ ਜੀ ਬਣਾ ਦਿਓ। ਅੱਛਾ, ਚੁੱਪ ਕਰਕੇ ਕਿ ਚਲੋ ਹੋਰ ਕੋਈ ਪੋਜੀਸ਼ਨ ਦੇ ਉੱਤੇ ਸ਼ਾਇਦ ਉਹਨਾਂ ਦੀ ਨਜ਼ਰ ਸੀ। ਤੇ ਉਹਨਾਂ ਕਿਹਾ ਠੀਕ। ਫਿਰ ਇਸਾਕ ਡਾਰ ਨੂੰ ਨਵਾਜ਼ ਸ਼ਰੀਫ ਦੇ ਕਹਿਣ ਦੇ ਉੱਤੇ ਹੀ ਨਾਇਬ ਵਜ਼ੀਰ ਆਜ਼ਮ ਬਣਾ ਦਿੱਤਾ ਗਿਆ। ਤੇ ਜਦੋਂ ਨਾਇਬ ਵਜ਼ੀਰ ਬਣਾਇਆ ਤੇ ਫਿਰ ਇੱਕ ਵਾਰ ਉਹ ਜਿਹੜਾ ਆਪਸ਼ਨ ਹੈਗਾ ਸੀ ਕਿ ਅੱਛਾ ਇਹ ਜੇ ਨਾਇਬ ਵਜ਼ੀਰ ਆਜ਼ਮ ਬਣ ਗਏ ਨੇ ਤੇ ਫਿਰ ਉਹ ਲਾਟ ਜਿਹੜੀ ਵਜ਼ੀਰ ਖਾਰਜਾ ਦੀ ਉਹ ਇਹਨਾਂ ਕੋਲ ਵਾਪਸ ਲੈ ਲਈ ਜਾਵੇ ਪੋਜੀਸ਼ਨ। ਤੇ ਉੱਥੇ ਫਿਰ ਕਾਕੜ ਦੀ ਜਿਹੜੀ ਤਾਇਨਾਤੀ ਦਾ ਗੱਲਬਾਤ ਸ਼ੁਰੂ ਹੋ ਗਈ ਅੰਦਰ। ਤੇ ਜਦੋਂ ਇਹਦੀ ਥੋੜੀ ਜਿਹੀ ਵੀ ਸੁਣਗੁਣ ਲੱਗੀ ਨਾ ਮੁਸਲਿਮ ਲੀਗ ਦੀ ਕਿਆਦਤ ਦੀ, ਖਾਸ ਤੌਰ ਤੇ ਮੈਂ ਗੱਲ ਕਰਨਾ ਨਵਾਜ਼ ਸ਼ਰੀਫ ਗਰੁੱਪ ਦੀ, ਜਦੋਂ ਉਹਨਾਂ ਨੂੰ ਇਹਦੀ ਸੁਣਗੁਣ ਲੱਗੀ ਕਿ ਅਨਵਰੁੱਲਾ ਕਾਕੜ ਨੂੰ ਮੁਲਕ ਦਾ ਵਜ਼ੀਰ ਖਾਰਜਾ ਬਣਾਇਆ ਜਾ ਸਕਦਾ ਹੈ ਜਾਂ ਇਹਦੇ ਉੱਤੇ ਦੁਬਾਰਾ ਗੌਰ ਹੋ ਰਿਹਾ ਵੇ, ਤੇ ਉਹਨਾਂ ਕਿਹਾ ਕਿ
ਇਹਦੇ ਕਾਕੜ ਦੌਰ ਦੇ ਵਿੱਚ ਜਿਹੜੇ ਜਿਹੜੇ ਮਨਸੂਬੇ ਹੋਏ ਨੇ ਨਾ, ਉਹਨਾਂ ਦਾ ਰਿਕਾਰਡ ਕੱਢੋ। ਤੇ ਫਿਰ ਸਭ ਤੋਂ ਪਹਿਲਾ ਰਿਕਾਰਡ ਜਿਹੜਾ ਹੈ, ਔਰ ਬੁਹਰਾਨ ਦਾ ਸਾਹਮਣਾ ਵੀ ਸਿੱਧੀ ਗੱਲ ਹੈ ਲੋਕ ਕਰਨ ਡਏ ਨੇ, ਕਿਸਾਨ ਖਾਸ ਤੌਰ ਤੇ ਗੰਦਮ ਦੇ ਮਾਮਲੇ 'ਚ। ਤੇ ਉਹਨਾਂ ਨੂੰ ਗੰਦਮ ਜਿਹੜਾ ਸੀ ਇੱਕ ਆਸਾਨ ਟਾਰਗੇਟ ਜਿਹੜਾ ਸੀ ਉਹ ਲੱਭ ਗਿਆ। ਅਗਰਚੇ ਮੈਂ ਸਮਝਦਾ ਕਿ ਇਸ ਤੋਂ ਵੱਡੇ ਵੱਡੇ ਵੀ ਚੀਜ਼ਾਂ ਹੈਗੀਆਂ ਨੇ, ਲੇਕਿਨ ਫੌਰੀ ਤੌਰ ਤੇ ਉਹਨਾਂ ਨੂੰ ਜਿਹੜਾ ਸਬੂਤ ਦੇ ਨਾਲ ਔਰ ਬਿਲਕੁਲ ਚੀਜ਼ਾਂ ਇੱਕ ਦੂਸਰੇ ਨਾਲ ਇੰਟੈਕਟ ਜਿੱਥੇ ਹੁੰਦੀਆਂ ਨੇ, ਉਹ ਉਹਨਾਂ ਨੂੰ ਇੱਕ ਰਿਕਾਰਡ ਮਿਲ, ਤੇ ਉਹਨਾਂ ਨੇ ਇਹ ਫੀਡ ਕਰਨਾ ਸ਼ੁਰੂ ਕਰਤਾ ਮੀਡੀਆ ਦੇ ਵਿੱਚ, ਪ੍ਰੈਸ ਦੇ ਵਿੱਚ। ਤੇ ਇਹਦੇ ਨਾਲ ਇਹ ਲੋਕਾਂ ਦੇ ਵਿੱਚ ਗੱਲ ਆਈ ਕਿ ਜਨਾਬ ਇਹ ਨਿਗਰਾਨ ਜਿਹੜੇ ਸਾਫ ਸੁਥਰੇ ਵਜ਼ੀਰ ਬਣਾਏ ਗਏ ਸਨ, ਵਜ਼ੀਰ ਆਜ਼ਮ ਬਣਾਏ ਗਏ ਸਨ, ਵਜ਼ੀਰ ਆਲਾ ਬਣਾਏ ਗਏ ਸਨ, ਔਰ ਬਾਕੀ ਅਹੁਦੇਦਾਰ, ਤੇ ਇਹਦਾ ਵੇਖੋ ਇਹ ਕੰਮ ਕਰਦੇ ਰਹੇ ਨੇ। ਅੱਛਾ, ਇਹਦੇ ਨਾਲ ਸਾਖ ਕਿਹਦੀ ਖਰਾਬ ਹੋਣ ਡਈ? ਸਾਖ ਖਰਾਬ ਹੁੰਦਾ ਹੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਕੋਲੋਂ ਮੁਸਲਿਮ ਲੀਗ ਸਮਝਦੀ ਹੈ ਕਿ ਉਹ ਉਹਨਾਂ ਦੀ ਹਕੂਮਤ ਦਾ ਹਿੱਸਾ ਜਬਰਨ ਬਣਾਏ ਗਏ, ਤੇ ਹੁਣ ਉਹਨਾਂ ਦੀਆਂ ਸੀਟਾਂ ਕੱਟ ਕੇ ਤੇ ਇਹਨਾਂ ਲੋਕਾਂ ਨੂੰ ਪਾਰਲੀਮੈਂਟ 'ਚ ਲਿਆਂਦਾ ਗਿਆ, ਤੇ ਮੁਸਤਕਬਲ ਦੇ ਵਿੱਚ ਇਹੋ ਹੀ ਲੋਕ ਮੁਸਲਿਮ ਲੀਗ ਦੀ ਹਕੂਮਤ ਦੇ ਖਿਲਾਫ ਇਸਤੇਮਾਲ ਹੋ ਸਕਦੇ ਨੇ। ਇਸ ਵਾਸਤੇ ਸਾਰੇ ਇਮਕਾਨਾਤ ਜਿਹੜੇ ਨੇ ਉਹ ਮੁਸਤਰਦ ਔਰ ਰੱਦ ਕਰਨ ਵਾਸਤੇ, ਗੈਰ ਮੌਸਰ ਕਰਨ ਵਾਸਤੇ ਹੌਲੀ ਹੌਲੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਐਸਟੈਬਲਿਸ਼ਮੈਂਟ ਦੇ ਜਿਹੜੇ ਲੋਕ ਪਾਰਲੀਮੈਂਟ 'ਚ ਪਹੁੰਚ ਗਏ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਗੈਰ ਮੌਸਰ, ਗੈਰ ਫਾਲ ਕਰ ਦਿੱਤਾ ਜਾਏ। ਤੇ ਅਨਵਰੁੱਲਾ ਕਾਕੜ ਉਹ ਪਹਿਲੇ ਬੰਦੇ ਨੇ। ਤੇ ਜਦੋਂ ਤੁਸੀਂ ਹਨੀਫ ਅਬਾਸੀ ਦੀ ਗੁਫ਼ਤਗੂ ਸੁਣੋ ਨਾ, ਤੇ ਔਰ ਹਨੀਫ ਅਬਾਸੀ ਦਾ ਬੈਕਗਰਾਉਂਡ ਜ਼ਰਾ ਵੇਖੋ ਕਿ ਇਹ ਬੰਦਾ ਕਦੋਂ ਬੋਲਦਾ ਹੈ, ਕਿਹਦੇ ਕਹਿਣ ਤੇ ਬੋਲਦਾ ਹੈ, ਤੇ ਤੁਹਾਨੂੰ ਸਮਝ ਆਏਗੀ ਕਿ ਇਹ ਆਪਣੇ ਆਪ ਨਹੀਂ ਬੋਲਦਾ। ਇਹ ਜਦੋਂ ਇਲਜ਼ਾਮ ਲਾਉਣੇ ਹੋਣ ਤੇ ਫਿਰ ਇਹਨੂੰ ਐਕਟਿਵ ਕੀਤਾ ਜਾਂਦਾ। ਤੇ ਹਨੀਫ ਅਬਾਸੀ ਦਾ ਬੋਲਣਾ ਮੀਆਂ ਨਵਾਜ਼ ਸ਼ਰੀਫ ਦਾ ਬੋਲਣਾ, ਜਿਵੇਂ ਜਵੇਦ ਲਤੀਫ ਦਾ ਬੋਲਣਾ ਹੁੰਦਾ, ਜਿਵੇਂ ਰਾਣਾ ਸਨਾਹ ਦਾ ਬੋਲਣਾ ਹੁੰਦਾ, ਤੇ ਇਹ ਵੀ ਇੱਕ ਉਸੇ ਬੋਲਣੇ ਦਾ ਹਿੱਸਾ ਹੈ। ਸਾਰਿਆਂ ਦੀਆਂ ਜ਼ਿੰਮੇਦਾਰੀਆਂ ਵੱਖਰੀਆਂ ਵੱਖਰੀਆਂ ਹੋ ਸਕਦੀਆਂ ਨੇ। ਰਾਣਾ ਸਨਾਉल्ला ਨੇ ਪ੍ਰਾਈਮ ਮਿਨਿਸਟਰ ਦਾ ਐਡਵਾਈਜ਼ਰ ਬਣਨ ਤੋਂ ਪਹਿਲੇ ਕਈ ਵਾਰ ਕਿਹਾ, ਉਹਨਾਂ ਕਿਹਾ ਕਿ ਜਨਾਬ ਇਹ ਜਿਹੜੇ ਮੋਹਸਨ ਨਕਵੀ ਔਰ ਕਾਕੜ ਇਹ ਇੱਕੋ ਕਬੀਲੇ ਦੇ ਬੰਦੇ ਨੇ। ਇਹਦਾ ਕਹਿਣ ਦਾ ਮਤਲਬ ਕੀ ਸੀ? ਅਗਰ ਚ ਉਹਨਾਂ ਨੂੰ ਤਾਂ ਅਗਰ ਹੈਗੀ ਵੀ ਸੀ ਇਹ ਗੱਲ, ਤੇ ਉਹ ਜਿਨ੍ਹਾਂ ਨੇ ਹਕੂਮਤ ਦਿੱਤੀ, ਜਿਸ ਤਰ੍ਹਾਂ ਸੈਟਅਪ ਸਾਰਾ ਬਣਿਆ, ਇਹਨਾਂ ਨੂੰ ਤਾਂ ਚੁੱਪ ਕਰ ਜਾਣਾ ਚਾਹੀਦਾ ਸੀ। ਲੇਕਿਨ ਇਹ ਪੈਗਾਮ ਦਿੱਤਾ ਗਿਆ ਹੈ, ਔਰ ਉਹ ਇੱਕ ਇੱਕ ਕਦਮ ਟੁਰਦੇ ਟੁਰਦੇ ਹੁਣ ਅੱਗੇ ਵਧਣ ਡਏ ਨੇ। ਤੇ ਇਹ ਜਨਾਬ ਸੂਰਤ ਹਾਲ, ਤੇ ਮੌਲਾਨਾ ਫਜ਼ਲ ਰਹਿਮਾਨ ਵੀ ਕਹਿ ਚੁੱਕੇ ਨੇ, ਤੁਹਾਨੂੰ ਪਤਾ ਹੈ ਕਿ ਪਾਰਲੀਮੈਂਟ ਜਿਹੜੀ ਇਹ ਖਰੀਦੋ ਫਰੋਖਤ ਦੇ ਜ਼ਰੀਏ ਹੋਈ। ਉਸ ਤੋਂ ਪਹਿਲੇ ਫਿਰ ਮੈਂ ਅਚਕਜ਼ਈ ਸਾਹਿਬ ਦਾ ਵੀ ਰੈਫਰੈਂਸ ਦੇ ਚੁੱਕਿਆ। ਹੁਣ ਇਹ ਵਾਕਿਆ ਹੋ ਗਿਆ, ਤੇ ਪਾਰਲੀਮੈਂਟ ਦੇ ਵਿੱਚ ਹੀ ਬਹੁਤ ਸਾਰੇ ਦੂਸਰੇ ਲੋਕਾਂ ਨੇ ਵੀ ਇਹ ਗੱਲ ਕੀਤੀ। ਅਗਰ ਤੁਸੀਂ ਤਕਰੀਰਾਂ ਸੁਣੀਆਂ ਹੋਣ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਬਰਾਹ ਰਾਸਤ ਕੁਝ ਨਸ਼ਰ ਕੀਤੀਆਂ ਗਈਆਂ, ਤੇ ਉਹਦੇ ਵਿੱਚ ਕਈ ਲੋਕਾਂ ਨੇ ਇਹ ਗੱਲ ਕੀਤੀ ਕਿ ਅਸੀਂ ਪੈਸੇ ਦਿੱਤੇ ਨੇ ਤੇ ਅਸੀਂ ਪਾਰਲੀਮੈਂਟ ਦੇ ਮੈਂਬਰ ਬਣ ਗਏ। ਕਈਆਂ ਨੇ ਕਿਹਾ ਕਿ ਅਸੀਂ ਰਿਜ਼ਲਟ ਜਿਹੜੇ ਨੇ ਬਾਅਦ ਦੇ ਵਿੱਚ ਵੀ ਤਬਦੀਲ ਜਿਹੜੇ ਹੋਏ, ਤੇ ਉਹ ਇਸੇ ਤਰ੍ਹਾਂ ਹੀ ਪ੍ਰੋਸੈਸ ਦੇ ਵਿੱਚ ਸੀ, ਔਰ ਪੈਗਾਮ ਆਇਆ ਕਿ ਜਨਾਬ ਜਿੱਤਣਾ ਜੇ ਤੇ ਇੰਨੇ ਪੈਸੇ ਦੇ ਦਿਓ। ਕਈਆਂ ਨੇ ਕਿਹਾ ਕਿ ਨਹੀਂ ਅਸੀਂ ਨਹੀਂ ਜਿੱਤਣਾ, ਤੇ ਇਹ ਵੀ ਗੱਲ ਉਹ ਫਿਰ ਹਾਰ ਵੀ ਗਏ। ਤੇ ਕਈਆਂ ਨੇ ਸੀਟਾਂ, ਕਈ ਚੰਗੇ ਬੰਦੇ ਸਨ, ਉਹਨਾਂ ਨੇ ਸੀਟਾਂ ਛੱਡ ਦਿੱਤੀਆਂ, ਜਿਵੇਂ ਹਾਫਿਜ਼ ਨਈਮ ਸਨ ਜਮਾਤ ਇਸਲਾਮੀ ਵਾਲੇ, ਤੇ ਉਹਨਾਂ ਕਿਹਾ ਨਹੀਂ ਜੀ ਇਹ ਸੀਟ ਮੇਰੀ ਹੈਗੀ ਹੀ ਨਹੀਂ, ਇਹ ਸੀਟ ਪੀਟੀਆਈ ਦੀ ਜਿੱਤੀ ਹੋਈ, ਤੇ ਮੈਂ ਕਿਵੇਂ ਲੈ ਲਵਾਂ। ਉਹਨਾਂ ਨੇ ਛੱਡ ਦਿੱਤਾ। ਸੋ ਇਹ ਗੱਲ, ਇਹ ਨਿਜ਼ਾਮ ਜਿਹੜਾ ਹੈ ਆਪਣੀ ਜਿਹੜੀ ਬੋਝ, ਜਿਹੜਾ ਤਾਫਨ ਹੈ ਉਹ ਛੱਡਣਾ ਸ਼ੁਰੂ ਹੋ ਗਿਆ। ਇਹ ਤਾਫਨ ਫੈਲਾਉਣ ਵਾਲੇ ਜਿਹੜੇ ਲੋਕ ਨੇ ਉਹ ਬੇਨਕਾਬ ਹੋਣਾ ਸ਼ੁਰੂ ਹੋ ਗਏ ਨੇ। ਪਹਿਲੇ ਵੀ ਲੋਕ ਜਾਣਦੇ ਸਨ, ਲੋਕ ਸਮਝਦੇ ਸਨ ਕਿ ਉਹਨਾਂ ਦੇ ਨਾਲ ਨਾ ਇਨਸਾਫੀ ਹੁੰਦੀ, ਉਹ ਜਿਹਨੂੰ ਵੋਟ ਦਿੰਦੇ ਨੇ ਉਹ ਨਹੀਂ ਜਿੱਤਦਾ। ਲੇਕਿਨ ਇਹ ਹੁਣ ਜਿਹੜੀ ਹਕੂਮਤ ਆਈ ਹੈ ਨਾ, ਇਹ ਬਿਲਕੁਲ ਹੀ ਮੈਂ ਸਮਝਦਾ ਵਾਂ ਕਿ ਸ਼ਾਇਦ ਗੈਰ ਜਮਹੂਰੀ ਹੈ। ਇਹ ਉਸ ਤਰ੍ਹਾਂ ਦੀ ਜਮਹੂਰੀਅਤ ਨਹੀਂ ਹੈਗੀ ਜਿਹਨੂੰ ਅਸੀਂ ਸਮਝਦੇ ਹਾਂ ਕਿ ਵੋਟ ਦੇ ਵਿੱਚ ਤਾਕਤ ਹੁੰਦੀ ਹੈ, ਜਾਂ ਮੀਆਂ ਨਵਾਜ਼ ਸ਼ਰੀਫ ਦੇ ਬਕੌਲ ਵੋਟ ਨੂੰ ਇੱਜ਼ਤ ਦੇਣੀ ਹੁੰਦੀ ਹੈ। ਤੇ ਇਹ ਹਕੂਮਤ ਜਮਹੂਰੀ ਜਿਹੜੀ ਕਹਿਲਾਉਂਦੀ, ਇਹ ਵੀ ਵੋਟ ਨੂੰ ਕੋਈ ਇੱਜ਼ਤ ਦੇਣ ਵਾਲੀ ਨਹੀਂ ਹੈ। ਤੇ ਇੱਥੇ ਜਨਾਬ ਇੱਕ ਯੁੱਧ ਸਿਰਫ ਇਹ ਨਹੀਂ ਹੈਗਾ ਕਿ ਨਵਾਜ਼ ਸ਼ਰੀਫ ਔਰ ਸ਼ਹਿਬਾਜ਼ ਸ਼ਰੀਫ ਦੇ ਮੁਫਾਦਾਤ ਵੱਖਰੇ ਵੱਖਰੇ ਹੋ ਗਏ ਨੇ। ਇੱਥੇ ਸਾਨੂੰ ਇਹ ਵੀ ਲੱਗਣ ਡਿਆ ਹੈ ਕਿ ਆਪੋਜੀਸ਼ਨ ਦੀ ਜਿਹੜੀ ਹੈਸੀਅਤ ਹੈ, ਉਹਦੇ ਵਿੱਚ ਵੀ ਪੀਟੀਆਈ ਨੂੰ ਗੈਰ ਮੁਸਰ ਕਰਨ ਵਾਸਤੇ ਮੌਲਾਨਾ ਫਜ਼ਲ ਰਹਿਮਾਨ ਦੀ ਜਿਹੜੀ ਕੰਡ ਹੈ ਉਹਦੇ ਤੇ ਥਪਕੀ ਦਿੱਤੀ ਜਾ ਰਹੀ, ਤੇ ਮੌਲਾਨਾ ਥੋੜਾ ਜਿਹਾ ਆਪਣਾ ਕਾਰਨਰ ਸੌਫਟ ਰੱਖ ਕੇ ਪੀਟੀਆਈ ਦੇ ਹੱਕ ਦੇ ਵਿੱਚ, ਤੇ ਉਹ ਸਪੇਸ ਲੈਣ ਦੀ ਕੋਸ਼ਿਸ਼ ਕਰਨ ਡਏ ਤਾਂ ਕਿ ਉਹ ਇਸ ਪਾਸੇ ਆ ਜਾਣ। ਯਾਨੀ ਇੱਕ ਪਾਸੇ ਤਾਂ ਪਾਰਲੀਮੈਂਟ ਦੇ ਅੰਦਰ ਜਿਹੜੀ ਹਕੂਮਤ ਹੈ
ਉਹਨੂੰ ਵੀ ਅੰਦਰੋਂ ਅੰਦਰ ਥੋੜ੍ਹਾ ਜਿਹਾ ਕੰਟਰੋਲ ਰੱਖਣ ਦੀਆਂ ਕੋਸ਼ਿਸ਼ਾਂ ਨੇ, ਤੇ ਦੂਸਰੇ ਪਾਸੇ ਜਿਹੜੀ ਸੜਕਾਂ ਦੇ ਉੱਤੇ ਆਪੋਜੀਸ਼ਨ ਹੈ ਉਹਦੇ ਕੋਲੋਂ ਵੀ ਉਹ ਹੈਸੀਅਤ ਲੈ ਕੇ ਤੇ ਮੌਲਾਨਾ ਦੇ ਕੋਲ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਇਹ ਕੋਈ ਡਾਇਮੈਂਸ਼ਨਸ ਨੇ ਇਹ ਪਾਕਿਸਤਾਨ ਦੀ ਪੋਲਿਟਿਕਸ ਦੇ ਵਿੱਚ ਜਿਹੜੇ ਨਵੇਂ, ਤੇ ਇਹਦੇ ਤੋਂ ਅਸੀਂ ਅੰਦਾਜ਼ਾ ਕਰਨੇ ਆ ਕਿ ਆਮ ਬੰਦੇ ਦਾ ਸਿਆਸਤ 'ਚ ਕਿੰਨਾ ਕੁ ਅਮਲ ਦਖਲ ਹੈ, ਤੇ ਜਿਹੜੀਆਂ ਸਿਆਸੀ ਕੂਵਤਾਂ ਨੇ ਉਹ ਕਿੰਨੀ ਕੁ ਦੂਰਅੰਦੇਸ਼ੀ ਨਾਲ ਕੰਮ ਕਰਨ ਡਈਆਂ, ਤੇ ਜਿਹੜੇ ਅੱਲਾ ਦੇ ਫਜ਼ਲ ਨਾਲ ਸਾਡੇ ਕੋਲ ਸਿਆਸੀ ਲੀਡਰ ਨੇ ਉਹਨਾਂ ਦੀ ਜਿਹੜੀ ਫਹਿਮੋ ਫਰਾਸਤ ਹੈ ਤੇ ਉਹ ਕਿੰਨਾ ਕੁ ਕੰਮ ਕਰਦੀ ਪਈ। ਤੇ ਇਹ ਜਨਾਬ ਸਾਡਾ ਅੱਜ ਦਾ ਵਲੌਗ ਹੈਗਾ ਸੀ, ਤੇ ਉਮੀਦ ਹੈ ਤੁਸੀਂ ਬਖੈਰੀਅਤ ਹੋਵੋਗੇ। ਇੱਕ ਗੱਲ ਹੋਰ ਕਿ ਮੈਂ ਕਦੀ ਕਦੀ ਵਿੱਚ ਸਿਆਸਤ ਤੋਂ ਹਟ ਕੇ ਜਿਹੜੀ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਮੈਂ ਜਲਦੀ ਇੱਕ ਤਾਰੀਖੀ ਸਿਲਸਿਲਾ ਵੀ ਸ਼ੁਰੂ ਕਰਨਾ ਚਾਹ ਰਿਹਾ ਹਾਂ, ਲੇਕਿਨ ਇਹਦੇ ਨਾਲ ਨਾਲ ਇਹ ਜ਼ਰੂਰ ਹੈ ਕਿ ਤੁਹਾਡਾ ਤਾਵਨ ਰਵੇ, ਔਰ ਇਹ ਜਿਹੜੇ ਵਲੌਗ ਦੇ ਸਿਲਸਿਲੇ ਨੇ ਕਰੰਟ ਅਫੇਅਰਸ ਦੇ ਨਾਲ ਨਾਲ ਪੋਲੀਟੀਕਲ ਜਾਂ ਕੋਈ ਅਸੀਂ ਮਾਹੌਲੀਆਤ ਦੇ ਉੱਤੇ ਵੀ ਗੱਲ ਕਰਨਾ ਚਾਹੁੰਦੇ ਹਾਂ, ਤੇ ਉਹਦੇ ਬਾਰੇ ਵੀ ਤੁਸੀਂ ਜ਼ਰਾ ਤਾਵਨ ਕਰੋ ਔਰ ਇਹਨੂੰ ਵੇਖੋ ਵੀ, ਤਾਂ ਕਿ ਜਲਦੀ ਜਲਦੀ ਸਾਡਾ ਉਹ ਜਿਹੜਾ 4000 ਘੰਟੇ ਦਾ ਹੈਗਾ ਵੇ ਵਕਤ ਉਹ ਪੂਰਾ ਹੋਵੇ, ਤੇ ਇਨਸ਼ਾਅੱਲਾ ਸਾਡੀ ਗੱਪਸ਼ਪ ਹੁੰਦੀ ਰਹੇਗੀ।